ਜਦੋਂ ਮੇਰੀ ਸਿਸਟਰ ਉਹਨਾਂ ਦੇ ਨਾਲ ਖੜੀ ਹੁੰਦੀ ਹੈ ਤਾਂ ਉਹਦੇ ਤੇ ਵਾਇਲੈਂਸ ਹੁੰਦੀ ਹੈ। ਉਹਨੂੰ ਅਰੈਸਟ ਕੀਤਾ ਗਿਆ 12 ਜਨਵਰੀ ਨੂੰ। ਉੱਥੇ ਔਨ ਦਾ ਸਪੋਟ ਉਹਨੂੰ ਕੁੱਟਿਆ ਗਿਆ। ਮਹਿਲਾ ਪੁਲਿਸ ਕਰਮੀ ਨਹੀਂ ਹੈਗੀ ਅਰੈਸਟ ਕਰਨ ਦੇ ਵਿੱਚ। ਫਿਰ ਜਿਹੜੀ ਹੈਗਾ ਜਦੋਂ ਪੁਲਿਸ ਥਾਣੇ ਦੇ ਅੰਦਰ ਲੈ ਕੇ ਆਂਦਾ ਗਿਆ ਤਾਂ ਸ਼ਾਮ ਤੱਕ ਉਹਨੂੰ ਪੁਰਸ਼ ਕਰਮੀਆਂ ਵੱਲੋਂ ਅਲੱਗ ਕੁੱਟਿਆ ਗਿਆ। उस संगठन ने वो मेरी सिस्टर का नहीं सीगा, सिर्फ वो संगठन ने 300 मजदूरों के लगभग 5 लाख रुपए दवाए ने। ये सरकार नूं ते जिहड़े वड्डे वड्डे कारपोरेटां नूं खतरा पिया होया कि अगर जे मजदूर आ वो भी किसान ते मजदूर इस तरीके नाल अगे वधे ते साडी लुੱਟ किवें जारी रहूगी। रोजाना स्पोक्समैन देख रहे हो तुसीं। इस वक्त तुहाडे नाल तुहाडा अपना दोस्त हरदीप सिंह भोगल ते लगातार कोशिश कर रहे हैं किसान संघर्ष ਦੇ ਵਿੱਚੋਂ ਜਿਹੜੀਆਂ ਖਬਰਾਂ ਹੋਰ ਨਿਕਲ ਰਹੀਆਂ ਨੇ ਉਹਨਾਂ ਦਾ ਵੀ ਜ਼ਿਕਰ ਕਰਨਾ ਬਣਦਾ, ਕਿਉਂਕਿ ਕਿਸਾਨ ਸੰਘਰਸ਼ ਦੇ ਵਿੱਚ ਮਜ਼ਦੂਰ ਜਿਹੜੇ ਨੇ ਉਹਨਾਂ ਦੀ ਵੀ ਵੱਡੀ ਭੂਮਿਕਾ ਹੈਗੀ ਹੈ। ਕੁੰਡਲੀ ਬਾਰਡਰ ਦੇ ਨਜ਼ਦੀਕ ਇੱਕ ਲੜਕੀ ਜਿਹੜੀ ਲਗਾਤਾਰ ਸੰਘਰਸ਼ ਦੇ ਵਿੱਚ ਸ਼ਾਮਿਲ ਸੀ ਤੇ ਮਜ਼ਦੂਰਾਂ ਦੀ ਆਵਾਜ਼ ਵੀ ਚੁੱਕ ਰਹੀ ਸੀ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਮਜ਼ਦੂਰਾਂ ਦੇ ਹੱਕਾਂ ਦੇ ਉੱਪਰ ਵੀ ਸਿੱਧੇ ਤੌਰ ਤੇ ਡਾਕਾ ਵੱਜ ਰਿਹਾ ਤੇ ਉਸ ਦੇ ਨਾਲ ਸਿੱਧੇ ਤੌਰ ਤੇ ਹਰਿਆਣਾ ਪੁਲਿਸ ਦੇ ਵੱਲੋਂ ਵਧੀਕੀ ਕਰਨ ਦੇ ਇਲਜ਼ਾਮ ਲੱਗੇ ਨੇ। ਸਾਡੇ ਨਾਲ ਨੌਦੀਪ ਜਿਹੜੀ ਲੜਕੀ ਹੈ ਉਸ ਦੀ ਭੈਣ ਹੈਗੀ ਆ ਰਾਜਦੀਪ ਕੌਰ। ਰਾਜਦੀਪ, ਕਿਵੇਂ ਸਮਝਦੇ ਹੋ ਕੀ ਘਟਨਾਕ੍ਰਮ ਹੋਇਆ? ਅੱਜ ਤੁਸੀਂ ਮੀਡੀਆ ਦੇ ਸਾਹਮਣੇ ਆਏ ਹੋ, ਸਾਫ਼ ਤੌਰ ਤੇ ਵੱਡੇ ਇਲਜ਼ਾਮ ਨੇ ਕਿ 307 ਦਾ ਮਾਮਲਾ ਦਰਜ ਹੋਇਆ, 385 ਦਾ। ਇਸ ਤੋਂ ਇਲਾਵਾ ਸਿੱਧੇ ਤੌਰ ਤੇ ਪੁਲਿਸ ਦੇ ਵੱਲੋਂ ਮੇਲ ਪੁਲਿਸ ਜਿਹੜੇ ਕਰਮੀ ਸੀਗੇ ਉਹਨਾਂ ਦੇ ਵੱਲੋਂ ਹਰਾਸਮੈਂਟ ਕੀਤੀ ਗਈ ਹੈ। ਕਿਵੇਂ ਦੇਖਦੇ ਹੋ, ਕੀ ਕਾਰਵਾਈ ਹੈ? ਫਿਲਹਾਲ ਤਾਂ ਇਹੀ ਹੈ ਕਿ ਜੋ 12 ਜਨਵਰੀ ਨੂੰ ਉਹਦੀ ਅਰੈਸਟਿੰਗ ਹੋਈ, ਜੋ ਕਿਹੜਾ ਮੁੱਦਾ ਸੀਗਾ ਵੀ ਜਿਹੜੇ ਮਜ਼ਦੂਰ ਕਿਸਾਨ ਇੱਕ ਅੰਦੋਲਨ ਦੇ ਵਿੱਚ ਇਕੱਠੇ ਆਏ ਆ, ਇਹਦੇ ਤੇ ਅਟੈਕ ਹੈਗਾ। ਜਦੋਂ ਕਿਸਾਨਾਂ ਦੇ ਸਮਰਥਨ ਵਿੱਚ ਮੇਰੀ ਸਿਸਟਰ ਆਉਂਦੀ ਹੈ ਤਾਂ ਉਹਨੂੰ ਜੌਬ ਤੋਂ ਕੱਢ ਦਿੱਤਾ ਜਾਂਦਾ। ਉਸ ਤੋਂ ਬਾਅਦ ਜਦੋਂ ਮਜ਼ਦੂਰਾਂ ਲਈ ਉਹ ਵੇਤਨ ਜਿਹੜਾ ਉਸ ਕੁੰਡਲੀ ਇੰਡਸਟਰੀਅਲ ਐਸੋਸੀਏਸ਼ਨ ਹੈਗੀ ਆ, ਉੱਥੇ ਜਦੋਂ ਆਪਦੇ ਜਿੰਨਾ ਉਹਨਾਂ ਨੇ ਕੰਮ ਕੀਤਾ ਹੈਗਾ ਕਿ 2 ਮਹੀਨੇ ਕੰਮ ਕੀਤਾ ਸੀ, 1 ਮਹੀਨੇ ਕੰਮ ਕੀਤਾ, ਉਹਨਾਂ ਦਾ ਅਧਿਕਾਰ ਹੈ, ਸਾਨੂੰ ਅਧਿਕਾਰ ਦਿੰਦਾ ਸਾਡਾ ਸੰਵਿਧਾਨ। ਔਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਰਕਰਸ ਲਈ ਕਾਨੂੰਨ ਬਣੇ ਆ, ਲੇਬਰ ਲਾਅ ਬਣੇ ਆ, ਉਹ ਵੀ ਸਾਨੂੰ ਇਹ ਸਿਕਿਉਰਿਟੀ ਦਿੰਦਾ। ਪਰ ਜਦੋਂ ਇਹ ਨਹੀਂ ਮਿਲਦਾ ਤਾਂ ਫਿਰ ਤੁਹਾਨੂੰ ਸੜਕਾਂ ਤੇ ਉਤਰਨਾ ਪੈਂਦਾ। ਜਦੋਂ ਮੇਰੀ ਸਿਸਟਰ ਉਹਨਾਂ ਦੇ ਨਾਲ ਖੜੀ ਹੁੰਦੀ ਹੈ ਤਾਂ ਉਹਦੇ ਤੇ ਵਾਇਲੈਂਸ ਹੁੰਦੀ ਹੈ। ਉਹਨੂੰ ਅਰੈਸਟ ਕੀਤਾ ਗਿਆ 12 ਜਨਵਰੀ ਨੂੰ। ਉਸ ਤੋਂ ਬਾਅਦ ਉੱਥੇ ਔਨ ਦਾ ਸਪੋਟ ਉਹਨੂੰ ਕੁੱਟਿਆ ਗਿਆ। ਮਹਿਲਾ ਪੁਲਿਸ ਕਰਮੀ ਨਹੀਂ ਹੈਗੀ ਅਰੈਸਟ ਕਰਨ ਦੇ ਵਿੱਚ। ਫਿਰ ਜਿਹੜੀ ਹੈਗਾ ਜਦੋਂ ਪੁਲਿਸ ਥਾਣੇ ਦੇ ਅੰਦਰ ਲੈ ਕੇ ਆਂਦਾ ਗਿਆ ਤਾਂ ਸ਼ਾਮ ਤੱਕ ਉਹਨੂੰ ਪੁਰਸ਼ ਕਰਮੀਆਂ ਵੱਲੋਂ ਅਲੱਗ ਕੁੱਟਿਆ ਗਿਆ। ਫਿਰ ਮਹਿਲਾ ਕਰਮਚਾਰੀਆਂ ਵੱਲੋਂ ਉਹਨੂੰ ਅਲੱਗ ਤੋਂ ਕੁੱਟਿਆ ਗਿਆ ਤੇ ਉਹਦੇ ਬਹੁਤ ਸਾਰੀ ਚੋਟਾਂ ਨੇ। 13 ਜਨਵਰੀ ਨੂੰ ਜਦੋਂ ਮੈਂ ਉਹਨੂੰ ਜੇਲ੍ਹ ਵਿੱਚ, ਕਰਨਾਲ ਜੇਲ੍ਹ ਦੇ ਵਿੱਚ ਫਿਲਹਾਲ ਉਹ ਹੈਗੀ ਹੈ, ਜੁਡੀਸ਼ੀਅਲ ਕਸਟਡੀ ਹੈਗੀ ਹੈ 25 ਜਨਵਰੀ ਤੱਕ। 25 ਜਨਵਰੀ ਨੂੰ ਦੁਬਾਰਾ ਕੋਰਟ ਵਿੱਚ ਪ੍ਰੋਡਿਊਸ ਕੀਤਾ ਜਾਏਗਾ ਤਾਂ 13 ਜਨਵਰੀ ਮੈਨੂੰ ਪਤਾ ਲੱਗਦਾ ਕਿ ਉਹਦੇ ਬਹੁਤ ਸਾਰੀਆਂ ਚੋਟਾਂ ਨੇ। ਪਹਿਲਾਂ ਸਾਨੂੰ ਇਹ ਲੱਗਿਆ ਵੀ 307 ਲਗਾਇਆ ਗਿਆ। 307 ਤੁਸੀਂ ਹੁਣ ਇਹ ਕਲਪਨਾ ਕਰੋ ਕਿ ਜਿਹੜੀ ਇੱਕ ਕੁੜੀ ਹੈਗੀ ਆ ਉਹ ਕਿਵੇਂ ਐਸਐਚ ਨੂੰ ਮਾਰਨ ਦੀ ਸਾਜ਼ਿਸ਼ ਕਰ ਸਕਦੀ ਹੈਗੀ। ਜੁਡੀਸ਼ੀਅਲ ਜਦੋਂ ਅਸੀਂ ਗੱਲ ਕਰਦੇ ਹਾਂ, ਜੁਡੀਸ਼ੀਅਲ ਹਿਰਾਸਤ ਦੀ ਜਦੋਂ ਗੱਲ ਕਰਦੇ ਹਾਂ ਤਾਂ ਪੁਲਿਸ ਹੱਥ ਵੀ ਨਹੀਂ ਲਗਾ ਸਕਦੀ, ਪਰ ਤੁਸੀਂ ਸਾਫ਼ ਤੌਰ ਤੇ ਕਹਿ ਰਹੇ ਹੋ ਕਿ ਕੁੱਟਿਆ ਗਿਆ ਤੇ ਜ਼ਖਮ ਵੀ ਹੈਗੇ ਨੇ। ਬਿਲਕੁਲ, ਮੈਂ ਇਹ ਬਹੁਤ ਸਾਫ਼ ਤਰੀਕੇ ਨਾਲ ਕਹਿ ਰਹੀ ਹਾਂ। ਔਰ ਜਿਹੜੇ ਕਿਸਾਨ ਉੱਥੇ ਮੌਜੂਦ ਸੀ ਉਸ ਘਟਨਾ ਸਥਲ ਤੇ ਤੁਸੀਂ ਜਾਓ ਤੇ ਉਹ ਕਿਸਾਨ ਵੀ ਤੁਹਾਨੂੰ ਦੱਸ ਰਹੇ ਨੇ ਕਿ ਉਹਨੂੰ ਇਸ ਲੜਕੀ ਨੂੰ ਇੱਥੋਂ ਕੁੱਟਦੇ ਹੋਏ ਲੈ ਕੇ ਜਾਇਆ ਗਿਆ। ਤੇ ਫਿਰ ਜਿਹੜੇ ਜਦੋਂ ਉੱਥੇ ਪਬਲਿਕਲੀ ਜਦੋਂ ਪੁਲਿਸ ਵੱਲੋਂ ਕੁੱਟਿਆ ਜਾ ਰਿਹਾ ਤੇ ਫਿਰ ਕਸਟਡੀ ਦੇ ਅੰਦਰ ਕਿਵੇਂ ਕੁੱਟਿਆ ਜਾਊਗਾ ਇਹ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ। ਫਿਰ ਇਸ ਵਕਤ ਜੇ ਅਸੀਂ ਪੂਰੇ ਕੇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਜਿਸ ਤਰੀਕੇ ਨਾਲ ਮਜ਼ਦੂਰਾਂ ਦਾ ਹੱਕ ਮੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਤਾਂ ਇਹ ਇਲਜ਼ਾਮ ਲਗਾ ਰਹੇ ਨੇ ਕਿ 385 ਸਿੱਧੇ ਤੌਰ ਤੇ ਵੱਡੇ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਐਕਸਟੋਰਸ਼ਨ ਦੇ ਲਈ ਇਹ ਕੇਸ ਦਰਜ ਕੀਤਾ ਜਾਂਦਾ ਹੈ। ਤਾਂ ਇਹ ਜਿਹੜੀ ਹੈਰਾਨੀ ਕਰਨ ਵਾਲੀ ਗੱਲ ਹੈਗੀ ਹੈ ਕਿ ਇਸ ਤਰੀਕੇ ਦੇ ਇਲਜ਼ਾਮ ਇਹਨਾਂ ਨੂੰ ਕਿਵੇਂ ਦੇਖੀਏ? ਕਿੰਨੇ ਲੋਕਾਂ ਦਾ ਵੇਤਨ ਰੁਕਿਆ ਹੋਇਆ ਸੀ, ਕਿੰਨਿਆਂ ਦਾ ਦਬਾ ਦਿੱਤਾ ਸੀਗਾ, ਜਾਂ ਫਿਰ ਜਦੋਂ ਨੌਦੀਪ ਦੀ ਗੱਲ ਕਰਦੇ ਆ ਉਹ ਕਦੋਂ ਤੋਂ ਉੱਥੇ ਮਜ਼ਦੂਰੀ ਕਰਨ ਲੱਗੇ ਸੀ? ਉਹ ਇਸ ਅੰਦੋਲਨ, ਕਿਸਾਨ ਅੰਦੋਲਨ ਤੋਂ ਪਹਿਲਾਂ 3 ਮਹੀਨੇ ਪਹਿਲਾਂ ਉੱਥੇ ਜੌਬ ਕਰ ਰਹੀ ਸੀ। ਫੇਮ ਕੰਪਨੀ ਹੈ ਇੱਕ ਉੱਥੇ, ਪਰ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਤਾਂ ਉਹਨੂੰ ਜੌਬ ਤੋਂ ਵੀ ਕੱਢ ਦਿੱਤਾ ਗਿਆ। ਉਹਦੇ ਬਹੁਤ ਸਾਰੇ ਫੈਕਟਰੀ ਨੇ ਵੀ ਉਹ ਇੱਥੇ ਲਗਾਤਾਰ ਇੱਥੇ ਸ਼ਾਮਿਲ ਸੀ, ਮਜ਼ਦੂਰਾਂ ਨੂੰ ਵੀ ਸ਼ਾਮਿਲ ਕਰ ਰਹੀ ਸੀ ਤੇ ਇਹਦੇ ਤੇ ਬਹੁਤ ਸਾਰੇ ਐਕਟ ਲਾਏ ਗਏ। ਜਿਹੜੇ 384 ਉਹ ਇਹ ਆ ਵੀ ਜਬਰਨ ਵਸੂਲੀ ਕੀਤੀ ਤੁਸੀਂ ਕਿਸੇ ਤੋਂ ਜਾ ਕੇ। ਹੁਣ ਜਿਹੜਾ ਵੇਤਨ ਮੰਗਣਾ, ਮਜ਼ਦੂਰਾਂ ਦਾ ਵੇਤਨ ਮੰਗਣਾ ਜਬਰਨ ਵਸੂਲੀ ਆ, ਇਹ ਸਾਨੂੰ ਸੰਵਿਧਾਨ ਜਾਂ ਕਾਨੂੰਨ ਤੇ ਕਿਤੇ ਵੀ ਦਿਖਾ ਦਿੱਤਾ ਜਾਵੇ ਤਾਂ ਫਿਰ ਅਸੀਂ ਮੰਨ ਜਾਾਂਗੇ। ਫਿਰ ਅਸੀਂ ਕਵਾਂਗੇ ਵੀ ਹਾਂ ਅਸੀਂ ਜਬਰਨ ਵਸੂਲੀ ਕਰਨ ਗਏ ਸੀ। ਮੇਰੀ ਸਿਸਟਰ ਵੀ ਜਬਰਨ ਵਸੂਲੀ ਕਰਨ ਗਈ ਸੀ, ਪਰ ਜਬਰਨ ਵਸੂਲੀ ਕੀ 5353 ਰੁਪਏ ਹੁੰਦੀ ਹੈ?
ਕਿ ਜਬਰਨ ਵਸੂਲੀ ਪ੍ਰੋਟੈਸਟ ਕਰਕੇ ਅੱਜ ਤੱਕ ਕਿਸੇ ਪ੍ਰੋਟੈਸਟ ਕਰਕੇ ਕਿਸੇ ਨੇ ਲਈ ਆ, ਉਹ ਹਥਿਆਰ ਦੇ ਦਮ ਤੇ ਹੁੰਦੀ ਆ। ਤੇ ਅੱਜ ਤੱਕ ਐਵੇਂ ਦਾ ਕੁਛ, ਐਵੇਂ ਦਾ ਉਹਦੀ ਹਿਸਟਰੀ ਐਵੇਂ ਦੀ ਨਹੀਂ ਹੈਗੀ। +2 ਕਰਨ ਤੋਂ ਬਾਅਦ ਉਹ ਜੌਬ ਕਰ ਰਹੀ ਸੀ ਉੱਥੇ, ਉਹਦੇ ਵਿੱਚ ਮਜ਼ਦੂਰ ਅਧਿਕਾਰ ਸੰਗਠਨ ਵਿੱਚ ਉਹ ਸ਼ਾਮਿਲ ਹੋਈ, ਜਿਹੜੀ ਮਜ਼ਦੂਰਾਂ ਦੇ ਰਾਈਟਸ ਲਈ ਲੜ ਰਹੀ ਆ। ਉਸ ਸੰਗਠਨ ਨੇ, ਉਹ ਮੇਰੀ ਸਿਸਟਰ ਦਾ ਨਹੀਂ ਸੀਗਾ ਸਿਰਫ, ਉਹ ਸੰਗਠਨ ਨੇ 300 ਮਜ਼ਦੂਰਾਂ ਦੇ ਲਗਭਗ 5 ਲੱਖ ਰੁਪਏ ਦਿਵਾਏ ਨੇ। ਇਹ ਸਰਕਾਰ ਨੂੰ ਤੇ ਜਿਹੜੇ ਵੱਡੇ ਵੱਡੇ ਕਾਰਪੋਰੇਟਾਂ ਨੂੰ ਖਤਰਾ ਪਿਆ ਹੋਇਆ ਕਿ ਅਗਰ ਜੇ ਮਜ਼ਦੂਰ ਆ, ਉਹ ਵੀ ਕਿਸਾਨ ਤੇ ਮਜ਼ਦੂਰ ਇਸ ਤਰੀਕੇ ਨਾਲ ਅੱਗੇ ਵਧੇ ਤਾਂ ਸਾਡੀ ਲੁੱਟ ਕਿਵੇਂ ਜਾਰੀ ਰਹੂਗੀ। QRT ਕੁਇਕ ਰਿਸਪੌਂਸ ਟੀਮ ਨੂੰ ਲੈ ਕੇ ਬੜੇ ਸਵਾਲ ਉੱਠ ਰਹੇ ਨੇ ਕਿ ਉਹ ਆਪਣੇ ਵੱਲੋਂ ਇਸ ਤਰੀਕੇ ਨਾਲ ਪੇਸ਼ ਆਉਂਦੀ ਹੈ ਕਿ ਸਾਰੇ ਅਧਿਕਾਰ ਉਹਨਾਂ ਨੂੰ ਮਿਲੇ ਹੋਣ ਤੇ ਉਹ ਜਿਸ ਮਰਜ਼ੀ ਮਜ਼ਦੂਰ ਨੂੰ ਕੁੱਟ ਸਕਦੇ ਨੇ, ਪਿੱਟ ਸਕਦੇ ਨੇ, ਗੋਲੀਆਂ ਚਲਾਉਣ ਦੀ ਵੀ ਗੱਲ ਸਾਹਮਣੇ ਆਈ। ਬਿਲਕੁਲ। ਕਾਰਵਾਂ ਇੱਕ ਮੈਗਜ਼ੀਨ ਹੈਗਾ, ਜਿਨ੍ਹਾਂ ਦੇ ਰਿਪੋਰਟਰ ਨੂੰ ਉਹਨਾਂ ਨੇ ਬਿਆਨ ਦਿੱਤੇ ਆ ਕਿ ਸਾਡੀ ਜਿਹੜੀ ਕੁੰਡਲੀ ਇੰਡਸਟਰੀਅਲ ਐਸੋਸੀਏਸ਼ਨ ਆ, ਉਹ ਇਸ ਲਈ ਬਣੀ ਹੈਗੀ ਆ ਕਿ ਅਸੀਂ ਇਹਨੂੰ ਮੈਨੇਜ ਕਰ ਸਕੀਏ। ਤੇ ਕੁਇਕ ਰਿਸਪੌਂਸ ਟੀਮ ਇਸ ਲਈ ਬਣੀ ਹੈ ਤਾਂ ਕਿ ਅਗਰ ਕੋਈ ਉਗਰ ਪ੍ਰਦਰਸ਼ਨ ਹੁੰਦਾ ਤਾਂ ਅਸੀਂ ਰੋਕ ਸਕੀਏ। ਹੁਣ ਉਗਰ ਪ੍ਰਦਰਸ਼ਨ ਜੇ ਹੁੰਦਾ ਹੈ, ਕੋਈ ਵੀ ਪ੍ਰਦਰਸ਼ਨ ਹੁੰਦਾ, ਉਹਦੇ ਲਈ ਸਾਡੇ ਦੇਸ਼ ਵਿੱਚ ਪੁਲਿਸ ਹੈਗੀ ਆ, ਉਹਦੇ ਲਈ ਪੂਰੇ ਪ੍ਰੋਪਰ ਪ੍ਰਬੰਧ ਹੈਗੇ। ਤੇ QRT ਜਿਹੜੀ ਕੁਇਕ ਰਿਸਪੌਂਸ ਟੀਮ ਆ, ਉਹਨੂੰ ਕੌਣ ਰਾਈਟ ਦਿੰਦਾ ਹੈਗਾ ਕਿ ਮਜ਼ਦੂਰਾਂ ਤੇ ਆ ਕੇ ਗੋਲੀ ਚਲਾਵੇ? ਤਾਂ ਇਹ ਮਤਲਬ ਜਿਹੜੇ ਪਰਚੇ ਵੀ ਨਾ ਵੰਡਣ ਦੇਵੇ ਜਾਂ ਕੁਛ ਤਰੀਕੇ ਨਾਲ ਇਹਨਾਂ ਨੇ ਕੀਤਾ ਕਿ ਅਸੀਂ ਇਹ ਉਗਰ ਪ੍ਰਦਰਸ਼ਨਾਂ ਨੂੰ ਰੋਕਣ ਲਈ ਕੁਇਕ ਰਿਸਪੌਂਸ ਟੀਮ ਬਣਾਈ ਆ। ਔਰ ਉਹਨਾਂ ਦੇ ਕੁਇਕ ਜੋ KIA ਦੇ ਸਿਕਿਉਰਿਟੀ ਇੰਚਾਰਜ ਨੇ ਇਹ ਚੀਜ਼ ਮਤਲਬ ਐਕਸੈਪਟ ਕੀਤੀ ਹੈਗੀ ਆ ਕਿ ਅਸੀਂ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ। ਹੁਣ ਤੁਸੀਂ ਇਹ ਦੇਖੋ, ਮਜ਼ਦੂਰਾਂ ਦੇ ਉੱਤੇ ਸੈਲਫ ਡਿਫੈਂਸ ਤੇ ਗੋਲੀ ਚਲਾਈ ਆ, ਜਦੋਂ ਉਹਨਾਂ ਨੇ ਆਪ ਇਹ ਐਕਸੈਪਟ ਕੀਤਾ ਮੀਡੀਆ ਦੇ ਸਾਹਮਣੇ, ਫਿਰ ਵੀ ਕੋਈ ਕਾਰਵਾਈ ਨਹੀਂ। ਗੋਲੀ ਚਲਾਉਣ ਦਾ ਤਾਂ ਮਤਲਬ ਬਣਦਾ ਹੀ ਨਹੀਂ, ਕਿਉਂਕਿ ਮਜ਼ਦੂਰ ਕਿਹੜਾ ਹਥਿਆਰ ਲੈ ਕੇ ਆਏ ਸੀ ਉੱਥੇ। ਬੜੀ ਹੈਰਾਨੀ ਦੀ ਗੱਲ ਹੈ ਕਿ ਗੋਲੀ ਚਲਾ ਦੇਣੀ। ਦੂਸਰੀ ਗੱਲ, ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਇਸ ਵੇਲੇ ਲੜਕੀ ਹੈ, ਦਲਿਤ ਵੀ ਹੈ ਤੇ ਉਹਦੇ ਉੱਪਰ ਅਤਿਆਚਾਰ ਸਿੱਧੇ ਤੌਰ ਤੇ ਹੋ ਰਿਹਾ। ਹਰਿਆਣਾ ਪੁਲਿਸ ਪਹਿਲਾਂ ਹੀ ਸਵਾਲਾਂ ਦੇ ਘੇਰੇ 'ਚ ਹੈ ਜਦੋਂ ਦਾ ਸੰਘਰਸ਼ ਚੱਲ ਰਿਹਾ ਹੈ। ਤਾਂ ਕੀ ਦਲਿਤ ਕਮਿਸ਼ਨ ਦੇ ਨਾਲ ਜਾਂ ਫਿਰ ਇਸ ਤੋਂ ਇਲਾਵਾ ਮਹਿਲਾ ਕਮਿਸ਼ਨ ਦੇ ਨਾਲ ਗੱਲਬਾਤ ਕੀਤੀ ਹੈ ਤੁਸੀਂ? ਉਹਨਾਂ ਦੇ ਨਾਲ ਤੱਕ ਖਬਰ ਪਹੁੰਚੀ ਹੈ? ਅਸੀਂ ਉਹਨਾਂ ਨੂੰ ਐਪਲੀਕੇਸ਼ਨ ਭੇਜ ਚੁੱਕੇ ਆ। ਜੋ SC ਕਮਿਸ਼ਨ ਹੈਗਾ, ਉਹਨਾਂ ਨੂੰ ਅਸੀਂ ਐਪਲੀਕੇਸ਼ਨ ਪਾ ਚੁੱਕੇ ਆ। ਫਿਰ ਉਸ ਤੋਂ ਬਾਅਦ ਮਹਿਲਾ ਆਯੋਗ ਨੂੰ, ਨੈਸ਼ਨਲ ਜੋ ਹੈ ਮਹਿਲਾ ਆਯੋਗ, ਅਸੀਂ ਉਸ ਨੂੰ ਭੇਜ ਚੁੱਕੇ ਆ। CGI ਚੀਫ ਜਸਟਿਸ ਆਫ ਇੰਡੀਆ ਨੂੰ ਅਸੀਂ ਐਪਲੀਕੇਸ਼ਨ ਭੇਜ ਚੁੱਕੇ ਆ। SP ਸੋਨੀਪਤ ਨੂੰ ਅਸੀਂ ਐਪਲੀਕੇਸ਼ਨ ਭੇਜ ਚੁੱਕੇ ਆ। ਬਾਕੀ ਮਤਲਬ ਹਿਊਮਨ ਰਾਈਟਸ ਜੋ ਕਮਿਸ਼ਨ ਹੈਗਾ, ਉਹਨਾਂ ਨੂੰ ਵੀ ਅਸੀਂ ਐਪਲੀਕੇਸ਼ਨ ਭੇਜ ਚੁੱਕੇ ਆ। ਬਾਕੀ ਅਸੀਂ ਮੈਡੀਕਲ ਕਰਵਾਉਣ ਦਾ ਆਰਡਰ ਹੋ ਗਿਆ ਕੋਰਟ ਦੇ ਵੱਲੋਂ। ਤੇ ਜਿਹੜੇ ਪੁਲਿਸ ਦੀ ਵੀ ਜਿਹੜੀ ਇਹਦੇ ਵਿੱਚ ਭੂਮਿਕਾ, ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਵੀ ਪੁਲਿਸ ਤੇ KIA ਕੁਇਕ ਰਿਸਪੌਂਸ ਟੀਮ ਔਰ ਜਿਹੜਾ ਕਾਰਪੋਰੇਟ ਦੇ ਨਾਲ ਜਿਹੜਾ ਇਹਨਾਂ ਦਾ ਗੱਠਜੋੜ ਹੈ ਕੀ ਹੈ। ਜਿਵੇਂ ਮਜ਼ਦੂਰਾਂ ਤੇ ਵੀ ਸ਼ੋਸ਼ਣ ਹੋ ਰਿਹਾ, ਜਿਹੜਾ ਇਹਦੀ ਆਵਾਜ਼ ਉਠਾਊਗਾ ਉਹਨੂੰ ਸਬਕ ਸਿਖਾਉਣ ਲਈ ਇਹ 307 ਮਤਲਬ ਇਹ ਨਾਨ ਬੇਲੇਬਲ ਹੈ। ਹੁਣ ਸਾਨੂੰ ਇਹ ਵੀ ਮਤਲਬ ਇਹ ਹੈਗਾ ਕਿ ਜਦੋਂ 307 ਦਰਜ ਹੋ ਜਾਂਦੀ ਹੈ ਕਿਸੇ ਤੇ, ਤਾਂ ਉਹਦੀ ਬੇਲ ਵੀ ਨਹੀਂ ਹੁੰਦੀ। ਬੜੀ ਹੈਰਾਨੀ ਦੀ ਗੱਲ ਹੈ ਕਿ ਜੇ ਕੋਈ ਮਜ਼ਦੂਰ ਆਪਣੇ ਹੱਕ ਮੰਗਣ ਗਿਆ ਤਾਂ ਉਹਦੇ ਉੱਪਰ 307 ਜਾਣੀ ਕਿ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਅਖੀਰ ਤੇ ਜੇ ਅਸੀਂ ਗੱਲ ਕਰੀਏ, ਜਿਸ ਤਰੀਕੇ ਨਾਲ ਇਸ ਵੇਲੇ ਇਨਸਾਫ ਦੀ ਮੰਗ ਕਰ ਰਹੇ ਹੋ, ਸੰਯੁਕਤ ਕਿਸਾਨ ਮੋਰਚਾ ਦੇ ਅੱਗੇ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਕਿ ਇਸ ਤਰੀਕੇ ਨਾਲ ਲਗਾਤਾਰਤਾ ਦੇ ਵਿੱਚ ਉਸ ਸੰਘਰਸ਼ ਨੂੰ ਤਾਰਪਿੜੋ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਕਿ ਇਸ ਘਟਨਾ ਨੂੰ ਉਹਨਾਂ ਤੱਕ ਪਹੁੰਚਾਇਆ ਗਿਆ? ਕਿਉਂਕਿ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਸਾਰੇ ਮਸਲਿਆਂ ਤੇ ਧਿਆਨ ਵੀ ਰੱਖ ਰਿਹਾ ਤੇ ਉਹਨੂੰ ਸਰਕਾਰ ਤੱਕ ਜਿਹੜੀਆਂ ਬੈਠਕਾਂ ਹੁੰਦੀਆਂ ਉਹਨਾਂ ਦੇ ਵਿੱਚ ਵੀ ਚੁੱਕਦਾ। ਉਹਨਾਂ ਤੱਕ ਪਹੁੰਚੀ ਇਹ ਖਬਰ? ਹਾਂਜੀ, ਉਹ ਹੁਣ ਤਾਂ ਜਿਹੜਾ 26 ਜਨਵਰੀ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ, ਪਰ ਅਸੀਂ ਅਲੱਗ-ਅਲੱਗ ਸੰਗਠਨ, ਕਿਉਂਕਿ ਸੰਯੁਕਤ ਕਿਸਾਨ ਮੋਰਚਾ ਵਿੱਚ ਬਹੁਤ ਸਾਰੇ ਸੰਗਠਨ ਹੈਗੇ ਆ ਜਿਨ੍ਹਾਂ ਨੂੰ ਜਦੋਂ ਇਹ ਇਸ਼ੂ ਕਲੀਅਰ ਹੋਊਗਾ ਉਦੋਂ ਉਹ ਸਟੇਟਮੈਂਟ ਦੇਣਗੇ। ਅਸੀਂ ਸਾਰਿਆਂ ਨੂੰ ਐਪਲੀਕੇਸ਼ਨ ਲਿਖ ਚੁੱਕੇ ਹਾਂ। ਉਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਹੈਗੀ ਆ ਜਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹੈਗੀ ਆ, ਔਰ ਸਾਡੇ ਨਾਲ ਇੱਥੇ ਭਾਰਤੀ ਕਿਸਾਨ ਪੰਚਾਇਤ ਹੈਗੀ ਆ ਜਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹੈਗੀ ਆ। ਸਾਰਿਆਂ ਨਾਲ ਅਸੀਂ ਗੱਲ ਕਰ ਚੁੱਕੇ, ਸਾਰੇ ਸਾਡੀ ਸਪੋਰਟ ਕਰ ਰਹੇ ਆ ਕਿਉਂਕਿ ਇਹ ਮਜ਼ਦੂਰ ਕਿਸਾਨ ਯੂਨਿਟੀ ਦਾ ਵੀ ਸਵਾਲ ਹੈ। ਇਹ ਸਿਰਫ ਨਾਰਾ ਨਹੀਂ ਬਣ ਕੇ ਰਹਿ ਜਾਣਾ ਚਾਹੀਦਾ ਵੀ ਮਜ਼ਦੂਰ ਕਿਸਾਨ ਏਕਤਾ ਜ਼ਿੰਦਾਬਾਦ। ਇਸ ਲਈ ਅਸੀਂ ਇਸ ਨਾਰੇ ਨੂੰ ਵੀ ਸੰਭਾਲ ਕੇ ਰੱਖਾਂਗੇ ਤੇ ਇਹ ਸਾਡੇ ਤੇ ਜ਼ਿੰਮੇਵਾਰੀ ਵੀ ਹੈ, ਕਿਸਾਨਾਂ ਤੇ ਵੀ, ਮਜ਼ਦੂਰਾਂ ਤੇ ਵੀ, ਸਾਰੇ ਸੰਗਠਨਾਂ ਤੇ ਵੀ ਅਸੀਂ ਇਹਨੂੰ ਨੌਦੀਪ ਦੇ ਕੌਰ ਲਈ ਵੀ ਆਵਾਜ਼ ਉਠਾਈਏ ਕਿਉਂਕਿ ਉਹ ਸੰਘਰਸ਼ ਦੇ ਵਿੱਚ ਗਈ। ਫਿਰ ਅਖੀਰ ਤੇ ਤੁਹਾਡੀ ਭੈਣ ਹੈ ਨੌਦੀਪ, ਕੀ ਮੰਗ ਕਰਦੇ ਹੋ ਅਖੀਰ ਤੇ ਸ਼ਬਦਾਂ ਦੇ ਵਿੱਚ? ਕਿਉਂਕਿ ਬੜਾ ਦੁੱਖ ਵਾਲੀ ਗੱਲ ਹੈ ਕਿ ਕਿਸ ਤਰੀਕੇ ਨਾਲ 20-22 ਸਾਲਾਂ ਦੀ ਲੜਕੀ ਹੈਗੀ, ਉਹਦੇ ਉੱਪਰ ਇੰਨਾ ਤਸ਼ੱਦਦ ਹੋ ਰਿਹਾ। ਕੀ ਮੰਗ ਕਰਦੇ ਹੋ? ਅਸੀਂ ਸਾਰਾ ਪਰਿਵਾਰ ਨੌਦੀਪ ਨਾਲ ਆ, ਨੌਦੀਪ ਦੀ ਲੜਾਈ ਦੇ ਨਾਲ ਆ ਤੇ ਅਸੀਂ ਮੰਗ ਕਰਦੇ ਹਾਂ, ਸਾਰੇ ਨਿਆਂ ਪਸੰਦ ਲੋਕਾਂ ਤੋਂ ਵੀ ਮੰਗ ਕਰਦੇ ਹਾਂ ਤੇ ਉਹਨੂੰ ਰਿਹਾ ਕਰਵਾਉਣ ਲਈ ਆਉਣ। ਸਾਡੀ ਇਹ ਮੰਗ ਹੈਗੀ ਹੈ ਕਿ ਤੁਰੰਤ ਉਹਨੂੰ ਰਿਹਾ ਕੀਤਾ ਜਾਵੇ, ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਚਾਹੇ ਉਹ ਪੁਲਿਸ ਕਰਮੀ ਹੈ ਜਿਨ੍ਹਾਂ ਨੇ ਤਸ਼ੱਦਦ ਕੀਤਾ ਜਾਂ ਫਿਰ KIA ਦੇ ਗੁੰਡੇ ਆ ਜਿਹੜੇ ਮਜ਼ਦੂਰਾਂ ਤੇ ਲਗਾਤਾਰ ਸ਼ੋਸ਼ਣ ਕਰ ਰਹੇ ਹੈ ਜਾਂ ਉਹਨਾਂ ਤੇ ਵਾਇਲੈਂਸ ਕਰ ਰਹੇ ਹੈਗੇ।
ਸੋ ਇਹ ਸਨ ਨੌਦੀਪ ਦੀ ਭੈਣ ਰਾਜਵੀਰ ਸਾਫ਼ ਤੌਰ ਤੇ ਕਹਿੰਦੇ ਨੇ ਕਿ ਸਾਰਾ ਪਰਿਵਾਰ ਉਹਨਾਂ ਦੇ ਨਾਲ ਹੈਗਾ ਤੇ ਜਿਸ ਤਰੀਕੇ ਨਾਲ ਹਰਿਆਣਾ ਪੁਲਿਸ ਤਸ਼ੱਦਦ ਕਰ ਰਹੀ ਹੈ ਤੇ ਜਿਸ ਤਰੀਕੇ ਦੀਆਂ ਕਾਰਵਾਈਆਂ ਹੋ ਰਹੀਆਂ ਨੇ, ਜੇ ਕੋਈ ਆਪਣੇ ਹੱਕ ਮੰਗਦਾ ਤੇ ਉਸ ਦੇ ਉੱਪਰ 307 385 ਵਰਗੇ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕਰ ਦਿੱਤੇ ਜਾਂਦੇ ਨੇ, ਤਾਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਨ ਵਾਲੀ ਕਾਰਵਾਈ ਹੈ। ਬੜੀ ਹੈਰਾਨੀ ਹੈ ਕਿ ਸੰਘਰਸ਼ਾਂ ਦੇ ਵਿੱਚ ਸ਼ਾਮਿਲ ਲੋਕਾਂ ਦੇ ਉੱਪਰ ਅਜਿਹੇ ਮਾਮਲੇ ਦਰਜ ਕੀਤੇ ਜਾ ਰਹੇ ਨੇ। ਉਹਨਾਂ ਨੂੰ ਘਰਾਂ ਦੇ ਵਿੱਚ ਬੈਠਿਆਂ ਨੂੰ NIA ਦੇ ਪੱਤਰ ਆ ਰਹੇ ਨੇ, ਨਾਲ ਦੀ ਨਾਲ ਸਿੱਧੇ ਤੌਰ ਤੇ UAPA ਵਰਗੀਆਂ ਜਿਹੜੇ ਕੇਸ ਨੇ ਉਹਨਾਂ ਦੇ ਉੱਪਰ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ, ਉਹਨਾਂ ਦੇ ਤਹਿਤ ਉਹਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਤਾਂ ਬਹੁਤ ਵੱਡੇ ਸਵਾਲ ਨੇ। ਤਾਂ ਫਿਲਹਾਲ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਨੌਦੀਪ ਨੂੰ ਇਨਸਾਫ ਕਦੋਂ ਮਿਲਦਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਦਲਵੀਰ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ TV, ਦਿੱਲੀ।